ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਦਰ ਤੇ ਜੁੜ ਕੇ ਗੁਰੂ ਦੀ ਬਾਣੀ ਦੁਆਰਾ ਵਾਹਿਗੁਰੂ ਨਾਲ ਜੁੜਨ ਦਾ, ਸਾਂਝ ਪਾਉਣ ਦਾ ਨਿਮਾਣਾ ਜਿਹਾ ਯਤਨ ਕਰ ਰਹੇ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਦੇ ਇਸ ਪਾਵਨ ਬਚਨ ਅੰਦਰ ਸੋਝੀ ਦਿੰਦੇ ਹੋਏ ਸਮਝਾਉਂਦੇ ਨੇ। ਸਤਿਗੁਰੂ ਆਖਦੇ ਕਿ ਹੇ ਮੇਰੀ ਸਖੀ, ਹੇ ਮੇਰੇ ਭਾਈ, ਹੇ ਮੇਰੇ ਮਿੱਤਰ, ਵਾਹਿਗੁਰੂ ਦੇ ਨਾਮ ਨੂੰ ਜਪੋ। ਰਾਮ ਜਪੋ ਮੇਰੀ ਸਖੀ ਸਖੈਨੀ। ਹੇ ਸਤਸੰਗੀ ਜੀਵ, ਸਾਡੀ ਜੀਵ ਆਤਮਾ ਨੂੰ ਸਤਿਗੁਰੂ ਸੰਬੋਧਨ ਕਰਕੇ ਕਹਿੰਦੇ ਨੇ ਕਿ ਹੇ ਜੀਵ ਇਸਤਰੀ, ਵਾਹਿਗੁਰੂ ਦਾ ਨਾਮ ਜਪੋ, ਰਾਮ ਜਪੋ ਮੇਰੀ ਸਖੀ ਸਖੈਨੀ। ਸਤਿਗੁਰ ਸੇਵ, ਗੁਰੂ ਨੂੰ ਸੇਵੋ। ਜੋ ਗੁਰੂ ਕਹਿੰਦਾ ਉਹ ਕਰੋ। ਗੁਰੂ ਦੇ ਕਹੇ ਮੁਤਾਬਕ ਚੱਲ ਕੇ, ਗੁਰੂ ਦੀ ਦੱਸੀ ਸੇਵਾ ਕਰਕੇ ਦੇਖੋ ਪ੍ਰਭ ਨੈਣੀ, ਆਪਣੀਆਂ ਅੱਖਾਂ ਨਾਲ ਉਸ ਨੂੰ ਵੇਖ ਲਵੋ। ਗੁਰੂ ਦੇ ਮਾਰਗ ਤੇ ਚੱਲ ਕੇ ਹੀ ਉਸ ਨੂੰ ਅਸੀਂ ਵੇਖ ਪਾਉਂਦੇ ਹਾਂ। ਆਪਣੀ ਮਰਜ਼ੀ ਨਾਲ, ਆਪਣੀ ਮਨ ਮਰਜ਼ੀ ਨਾਲ ਅਸੀਂ ਕੁਛ ਵੀ ਹਾਸਲ ਨਹੀਂ ਕਰ ਪਾਉਂਦੇ। ਸਾਡਾ ਹੰਕਾਰ ਸਾਨੂੰ ਕਿਤੇ ਨਹੀਂ ਲੈ ਕੇ ਜਾਂਦਾ। ਇਹ ਜ਼ਰੂਰ ਸਾਨੂੰ ਲੱਗਦਾ ਹੈ ਕਿ ਅਸੀਂ ਕੁਝ ਕਰ ਰਹੇ ਹਾਂ, ਕੁਝ ਕਿਤੇ ਪਹੁੰਚ ਰਹੇ ਹਾਂ, ਕਿਸੇ ਮੁਕਾਮ ਤੇ, ਕਿਸੇ ਮੰਜ਼ਿਲ ਤੇ ਅੱਪੜ ਰਹੇ ਹਾਂ, ਪਰ ਇਹ ਇੱਕ ਭਰਮ, ਇੱਕ ਭੁਲੇਖੇ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਹੁੰਦਾ। ਇਸ ਲਈ ਸਤਿਗੁਰੂ ਕਹਿੰਦੇ ਗੁਰੂ ਜੋ ਕਹਿੰਦਾ ਉਹ ਕਰ, ਜੋ ਗੁਰੂ ਆਖਦਾ ਉਹ ਕਰ। ਸੇਵਾ ਜੋ ਗੁਰੂ ਕਰਨ ਨੂੰ ਕਹੇ, ਜੋ ਗੁਰੂ ਨੇ ਕਹਿ ਦਿੱਤਾ। ਜੇ ਗੁਰੂ ਨੇ ਆਖਿਆ ਕਿ ਭਾਈ ਇੱਥੇ ਬੈਠਾ ਰਹਿ ਚੁੱਪ ਕਰਕੇ, ਤਾਂ ਬਸ ਬੈਠਾ ਰਹਿ। ਸਤਿਗੁਰੂ ਕਹਿੰਦੇ ਜਿੱਥੇ ਉਹ ਬਿਠਾਵੇ ਉੱਥੇ ਬੈਠ ਜਾਣਾ, ਜਿਸ ਕੰਮ ਵਿੱਚ ਲਾਵੇ ਉਸ ਕੰਮ ਵਿੱਚ ਲੱਗ ਜਾਣਾ। ਇਸ ਤਰ੍ਹਾਂ ਇਸ ਲਈ ਜਦੋਂ ਸਾਡਾ ਆਪ ਦਾ ਮਨ ਮਿਟ ਗਿਆ, ਹੁਣ ਮਨ ਦੀ ਕੋਈ ਮਰਜ਼ੀ ਨਹੀਂ ਰਹੀ। ਉਹ ਸਾਨੂੰ ਇੱਥੇ ਲੈ ਆਇਆ, ਅਸੀਂ ਆ ਗਏ। ਉਹ ਸਾਨੂੰ ਇੱਥੋਂ ਉਠਾਲ ਕੇ ਘਰ ਲੈ ਗਿਆ, ਅਸੀਂ ਚਲੇ ਗਏ। ਉਹ ਸਾਨੂੰ ਆਪਣੀ ਦੁਕਾਨ ਤੇ ਲੈ ਗਿਆ, ਅਸੀਂ ਚਲੇ ਗਏ। ਉਹਨੇ ਸਾਡੇ ਕੋਲੋਂ ਸਾਡੇ ਧੰਦੇ ਕਰਾ ਲਏ, ਅਸੀਂ ਕਰ ਲਏ। ਜਦੋਂ ਹਰ ਗੱਲ ਉਹਦੇ ਮੁਤਾਬਕ ਹੀ ਹੋਣ ਲੱਗ ਜਾਵੇ, ਅਸੀਂ ਮੌਜੂਦ ਹੀ ਨਾ ਹੋਈਏ, ਸਤਿਗੁਰੂ ਕਹਿੰਦੇ ਤਾਂ ਸਾਡਾ ਕਰਮ ਪ੍ਰਵਾਨ ਹੁੰਦਾ ਹੈ, ਤਾਂ ਪ੍ਰਵਾਨਗੀ ਮਿਲਦੀ ਹੈ, ਉਸ ਤੋਂ ਬਿਨਾਂ ਨਹੀਂ। ਤਾਂ ਅਸੀਂ ਉਹਦੇ ਦਰ ਤੇ ਉਸ ਨੂੰ ਪਾਉਂਦੇ ਹਾਂ। ਇਸ ਲਈ ਸਤਿਗੁਰੂ ਆਖਦੇ ਰਾਮ ਜਪੋ ਮੇਰੀ ਸਖੀ ਸਖੈਨੀ, ਸਤਿਗੁਰ ਸੇਵ ਦੇਖੋ ਪ੍ਰਭ ਨੈਣੀ। ਗੁਰੂ ਨੂੰ ਸੇਵ ਕੇ ਉਹਨੂੰ ਆਪਣੇ ਨੈਣਾਂ ਨਾਲ ਵੇਖ ਲਵੋ।
ਗੁਰੂ ਨੂੰ ਸੇਵ ਕੇ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਵੋ। ਇਸ ਲਈ ਗੁਰੂ ਦੇ ਮਾਰਗ ਤੇ ਤੁਰਨਾ। ਸਤਿਗੁਰੂ ਕਹਿੰਦੇ ਉਹੀ ਕਾਰਜ ਸਫਲ ਹੋਵੇਗਾ ਜਿਹੜਾ ਗੁਰੂ ਨੂੰ ਚੰਗਾ ਲੱਗੇ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਇਸ ਲਈ ਸੇਵਾ ਜਿਹਨੂੰ ਵੇਖ ਕੇ ਗੁਰੂ ਮੰਨ ਜਾਏ, ਗੁਰੂ ਪ੍ਰਸੰਨ ਹੋ ਜਾਏ, ਗੁਰੂ ਰੀਝ ਜਾਵੇ, ਉਹ ਸੇਵਾ ਸਫਲ, ਉਹ ਕਾਰਜ ਸਫਲ। ਇਸ ਲਈ ਗੁਰੂ ਦੀ ਦੱਸੀ ਸੇਵਾ ਕਰਨਾ। ਮਨ ਸਾਡਾ ਬਹੁਤ ਵਾਰੀ ਕਹਿੰਦਾ ਹੈ ਕਿ ਮੈਂ ਆਹ ਕਰਾਂ, ਮੈਂ ਉਹ ਕਰਾਂ, ਮੈਂ ਆਹ ਸੇਵਾ ਕਰਾਂ। ਅਸੀਂ ਇਸ ਮਨ ਦੀ ਮਰਜ਼ੀ ਨੂੰ ਸ਼ਰਧਾ ਦਾ ਨਾਮ ਦੇ ਦਿੰਦੇ ਹਾਂ ਕਿ ਮੇਰੀ ਸ਼ਰਧਾ ਹੈ ਜੀ। ਅਸਲ ਵਿੱਚ ਬਹੁਤੀ ਵੇਰਾਂ ਇਹ ਸਾਡੀ ਸ਼ਰਧਾ ਨਹੀਂ, ਇਹ ਸਾਡਾ ਹੰਕਾਰ ਹੁੰਦਾ ਹੈ। ਸਾਡਾ ਮਨ ਕਹਿੰਦਾ ਕਿ ਆਹ ਕਰਨਾ ਹੈ, ਗੁਰੂ ਕੁਛ ਹੋਰ ਕਰਨ ਨੂੰ ਕਹਿੰਦਾ ਹੁੰਦਾ, ਅਸੀਂ ਕੁਛ ਹੋਰ ਕਰ ਲੈਂਦੇ ਹਾਂ ਤੇ ਇਸ ਨੂੰ ਆਪਣੀ ਸ਼ਰਧਾ ਦਾ ਨਾਮ ਦੇ ਦਿੰਦੇ ਹਾਂ। ਗੁਰੂ ਜੋ ਕਹੇ ਉਸ ਨੂੰ ਸ਼ਰਧਾ ਨਾਲ ਕਰਨਾ। ਸਾਡੀ ਸ਼ਰਧਾ ਗੁਰੂ ਦਾ ਦੱਸਿਆ ਕਾਰਜ ਕਰਨਾ ਹੈ, ਗੁਰੂ ਦਾ ਦੱਸਿਆ ਕੰਮ ਕਰਨਾ, ਉਸ ਤੋਂ ਬਿਨਾਂ ਹੋਰ ਕੁਛ ਨਹੀਂ। ਇਸ ਕਰਕੇ ਸਤਿਗੁਰੂ ਸਮਝਾਉਂਦੇ ਕਿ ਜਿਹੜੇ ਬੰਦੇ ਗੁਰੂ ਨੂੰ ਸੇਵਦੇ ਨੇ ਉਹ ਠਾਕੁਰ ਨੂੰ ਜਾਣ ਲੈਂਦੇ ਨੇ। ਗੁਰ ਸੇਵੇ ਸੋ ਠਾਕੁਰ ਜਾਣੈ। ਜਿਹੜਾ ਗੁਰੂ ਨੂੰ ਸੇਵਦਾ ਉਹ ਠਾਕੁਰ ਨੂੰ, ਉਹ ਵਾਹਿਗੁਰੂ ਨੂੰ ਜਾਣ ਲੈਂਦਾ। ਪਰਮੇਸ਼ਰ ਨਾਲ ਸਾਂਝ ਗੁਰੂ ਰਾਹੀਂ ਪੈਂਦੀ ਹੈ, ਪਰਮੇਸ਼ਰ ਨਾਲ ਸਾਂਝ ਗੁਰੂ ਰਾਹੀਂ ਬਣਦੀ। ਤੁਸੀਂ ਗੁਰੂ ਨਾਲ ਜੁੜੋ, ਵਾਹਿਗੁਰੂ ਨਾਲ ਜੁੜੋ, ਤਾਂ ਵਾਹਿਗੁਰੂ ਨਾਲ, ਗੁਰੂ ਨਾਲ ਜੁੜ ਕੇ ਵਾਹਿਗੁਰੂ ਨਾਲ ਸਾਂਝ ਪਵੇਗੀ, ਤਾਂ ਵਾਹਿਗੁਰੂ ਨਾਲ ਜੁੜ ਸਕੋਗੇ। ਅਸੀਂ ਗੁਰੂ ਨਾਲ ਜੁੜਦੇ ਨਹੀਂ, ਗੁਰੂ ਸਾਨੂੰ ਉਸ ਨਾਲ ਜੋੜਨ ਵਾਲੀ ਕੜੀ ਹੈ। ਗੁਰੂ ਇਸ ਸੰਸਾਰ ਵਿੱਚ ਮੌਜੂਦ ਹੈ। ਅਸੀਂ ਗੁਰੂ ਘਰ ਨੂੰ ਕੀ ਕਹਿੰਦੇ ਹਾਂ? ਗੁਰਦੁਆਰ, ਗੁਰਦੁਆਰਾ, ਗੁਰਦੁਆਰ। ਦੁਆਰ ਦਾ ਮਤਲਬ ਕੀ ਹੁੰਦਾ? ਦੁਆਰ ਮਤਲਬ ਦਰਵਾਜ਼ਾ, ਦੁਆਰ। ਗੁਰੂ ਇੱਕ ਦੁਆਰ ਹੈ, ਗੁਰੂਦੁਆਰਾ, ਗੁਰੂ ਦਾ ਦਰ। ਤੇ ਗੁਰੂ ਦਰ ਦੁਆਰ ਰਾਹੀਂ ਹੁੰਦਾ ਕੀ ਹੈ? ਦੁਆਰ ਰਾਹੀਂ ਅਸੀਂ ਕਿਸੇ ਜਗ੍ਹਾ ਪ੍ਰਵੇਸ਼ ਕਰਦੇ ਹਾਂ। ਜਿਵੇਂ ਤੁਹਾਡੇ ਘਰ ਦੇ ਬਾਹਰ ਲੱਗਾ ਦਰਵਾਜ਼ਾ, ਉਹ ਤੁਹਾਡੇ ਘਰ ਦੇ ਅੰਦਰ ਲੈ ਜਾਂਦਾ ਤੁਹਾਨੂੰ। ਤੁਹਾਡੇ ਘਰ ਤੋਂ ਬਾਹਰ ਸੜਕ ਹੈ, ਗਲੀ ਹੈ, ਆਲੇ ਦੁਆਲੇ ਤੁਹਾਨੂੰ ਸਾਰੇ ਘਰ ਆਪਣੇ ਘਰ ਤੋਂ ਬਾਹਰ ਨਜ਼ਰ ਆਉਣ ਲੱਗ ਜਾਂਦੇ ਨੇ। ਪਰ ਉਸ ਗਲੀ ਦੇ ਵਿਚਕਾਰ ਜੋ ਤੁਹਾਡੇ ਘਰ ਦੇ ਕੰਧ ਦੇ ਵਿੱਚ ਲੱਗਾ ਹੋਇਆ ਦੁਆਰ, ਉਹ ਤੁਹਾਨੂੰ ਤੁਹਾਡੇ ਘਰ ਵਿੱਚ ਪ੍ਰਵੇਸ਼ ਕਰਵਾਉਂਦਾ ਹੈ। ਗੁਰੂ ਇੱਕ ਐਸਾ ਦੁਆਰ ਹੈ ਜੋ ਇਸ ਸੰਸਾਰ ਵਿੱਚ ਲੱਗਾ ਹੈ, ਇਸ ਸੰਸਾਰ ਵਿੱਚ, ਤੇ ਇਹ ਖੁੱਲ੍ਹਦਾ ਨਿਰੰਕਾਰ ਵਿੱਚ ਹੈ। ਉਹ ਖੁੱਲ੍ਹਦਾ ਨਿਰੰਕਾਰ ਵਿੱਚ। ਇਸ ਲਈ ਗੁਰੂ ਸੰਸਾਰ ਨੂੰ ਨਿਰੰਕਾਰ ਨਾਲ ਜੋੜਨ ਦਾ ਇੱਕ ਸਾਧਨ ਹੈ। ਸਾਨੂੰ ਉਹ ਪਰਮੇਸ਼ਰ ਨਾਲ ਜੋੜਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਜਿਹੜਾ ਗੁਰੂ ਨੂੰ ਸੇਵਦਾ ਹੈ ਉਹ ਵਾਹਿਗੁਰੂ ਨੂੰ ਜਾਣ ਲੈਂਦਾ ਹੈ, ਉਹ ਪਰਮੇਸ਼ਰ ਨਾਲ ਜਾਣ ਪਛਾਣ ਪਾ ਲੈਂਦਾ ਹੈ। ਇਸ ਲਈ ਗੁਰੂ ਦੇ ਦਰੋਂ ਹੀ ਸਾਨੂੰ ਵਾਹਿਗੁਰੂ ਦੀ ਸੋਝੀ ਮਿਲਦੀ ਹੈ, ਗੁਰੂ ਦੇ ਦਰੋਂ ਹੀ। ਗੁਰੂ ਤੋਂ ਬਿਨਾਂ ਸਾਨੂੰ ਕਿਧਰੋਂ ਸੋਝੀ ਨਹੀਂ ਮਿਲਦੀ। ਜੋ ਮਰਜ਼ੀ ਕਰ ਲਵੋ, ਜੋ ਮਰਜ਼ੀ ਪੜ੍ਹ ਲਵੋ, ਜੋ ਮਰਜ਼ੀ ਸੁਣ ਲਵੋ, ਜਦ ਤੱਕ ਗੁਰੂ ਦਾ ਪੜ੍ਹਾਇਆ ਅੱਖਰ, ਗੁਰੂ ਦਾ ਸੁਣਾਇਆ ਅੱਖਰ ਸਾਡੀ ਸਮਝ ਵਿੱਚ ਨਹੀਂ ਨਾ ਪੈਂਦਾ, ਉਦੋਂ ਤੱਕ ਬਾਹਰਲੀਆਂ ਚੀਜ਼ਾਂ ਦਾ ਕੋਈ ਲਾਭ ਨਹੀਂ ਹੁੰਦਾ, ਉਦੋਂ ਤੱਕ ਕੁਛ ਪ੍ਰਾਪਤੀ ਹੁੰਦੀ ਹੋਈ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਗੁਰੂ ਨੂੰ ਜਾਣ, ਗੁਰੂ ਨਾਲ ਜੁੜ, ਗੁਰੂ ਨਾਲ ਜੁੜੋ। ਇਸ ਲਈ ਗੁਰੂ ਨਾਲ ਇਸ ਢੰਗ ਨਾਲ ਜੁੜਨਾ ਕਿ ਬਸ ਹੋਰ ਕੁਛ ਹੋਵੇ ਹੀ ਨਾ, ਸਿਰਫ ਗੁਰੂ ਤੇ ਤੁਸੀਂ, ਗੁਰੂ ਦਾ ਸ਼ਬਦ ਤੇ ਤੁਸੀਂ, ਬਸ ਬਾਕੀ ਸਭ ਗੱਲਾਂ ਭੁੱਲ ਜਾਣ,
सब कुछ विसर जावे। जिन्नी देर इत्थे आ उन्नी देर कुछ होर याद ना रहे। थोड़ी देर वास्ते अपने बच्चों को भुल जाओगे तो कोई फर्क नहीं पैण वाला। थोड़ी देर वास्ते अपने काम धंधियां को भुल जाओगे तो कुछ नहीं होने वाला, कुछ नहीं बिगड़न वाला। अपने काम ते चले ही जाना है, अपनी दुकान जाके खोल ही लेनी है, कोई एडी गल नहीं है। अपने धियां पुत्तां विच ही जाना है, उन्हां विच ही बहना, जाके उन्हां विचों आए आ उत्थे फिर जाना है। अपने घर, अपने ऑफिस, अपने काम धंधे वो करने ही ने। पर जिन्नी क देर इत्थे बैठे आ उन्नी क देर ਉਹਦੇ ਨਾਲ ਸਾਂਝ ਪੈ ਜਾਵੇ, उन्नी क देर भुल जाओ सब। बस उन्नी क देर जान लो कि कोई नहीं है तुहाडा सिवाय गुरु तो, सिवाय वाहिगुरू तो कोई नहीं है। जे सचमुच साडा कोई होवे तो फिर वो सानू छड्ड के क्यों जावे। इसलिए जिहड़ी भी चीज़ सानू छड्ड के चली जाती है, खुस जाती है, वो साडी है ही नहीं सी। सानू यही कहा जाता है जदों कोई साडा अपना तुर जाता है ना दुनिया तो साडे आंढ गुआंढ रिश्तेदार वो सानू आके ये समझाउंदे ने कि भाई वो तेरा है ही नहीं सी, वो जो तेरा हुंदा ते तेरे नाल रहिंदा। सानू इस ढंग नाल समझाया जाता है, इस ढंग नाल लोग हौसला दिंदे ने। उहदे विच किते ना किते सच्चाई भी है, क्योंकि जिहड़ी चीज़ साडी है वो साडे नाल रवेगी ही रवेगी। जो साडा है वो साडे नाल रहेगा ही। तो साडा इत्थे है कि कुछ भी नहीं, क्योंकि कुछ भी नाल नहीं रहिंदा। ना चीज़ां, ना पैसा, ना घर-बार, ना साक संबंध, ना कपड़ा लीड़ा, कुछ भी नहीं। तो जो नाल रहिंदा है उहदी सानू सोझी नहीं है, उहदी सानू खबर नहीं है। उहदी खबर मिलती है गुरु राही, ਉਹਦੀ ਸੋਝੀ मिलती है गुरु राही। इसलिए जिन्नी देर गुरु दर बैठे आ बस गुरु तो बिना कुछ भी ना होवे मन दे विच, खाली बस सिर्फ गुरु। ये किवें होवेगा? बस इस होश विच रहना, देखते रहना, कदे भी भुलना नहीं, बेहोशी की हालत विच नहीं जाना कदे भी। हमेशा ये चेते रखना जिन्नी देर भी गुरु दे दर बैठो ये एहसास मन विच हुंदा रहे कि मैं गुरु दे दर बैठा वां, मैं गुरु दी बाणी, गुरु दी कथा, गुरु दा कीर्तन सुन रहा वां। जदों तुसीं इस गल नूं चेते रखोगे, बार बार गुरु दे शब्द वल नूं अपने आप नूं जोड़दे रहोगे तां होश विच रहोगे, तां माया दी बेहोशी नहीं आवेगी, मन होर पासे नहीं जाएगा। इस करके सतगुरु कहते जदों गुरु दे दर जुड़ते हैं तां उसनूं जानते हैं। गुर सेवे सो ठाकुर जाने। जिहड़ा गुरु नूं सेवदा वो ठाकुर नूं, वो वाहिगुरू नूं जान लैंदा है। दुख मिटै सच शब्द पछानै। जिहड़ा गुरु दे शब्द राही सच नूं पछाण लैंदा उहदा दुख मिट गया। सच नूं पछाणो। गुरु दा शब्द सानू सच विखाउंदा है। उस सच नूं वेखो जो गुरु दे शब्द विच कहा जा रहा है। जो तुसी शब्द घर पढ़ के आए उस शब्द विच की सच कहा गया। तुसी कथा कीर्तन सुनिया, तुसी पाठ कीता जां सुनिया, उहदे विच कुछ कहा गया, जिहड़ी सच्चाई दसी गई उस सच्चाई नूं जाणो। असीं उस सच्चाई नूं देखदे नहीं, पछाणदे नहीं, असीं सुन के अणसुणिया कर छड्डदे हां, उहनूं त्याग दिंदे हां सुन के। इसलिए जिन्हां ने गुरु दा शब्द सुन के सच जान लिया, तुसीं बहुत दफ़ा शब्द सुनिया सज्जण मेरे रंगले जाए सुते जी राम। हुण इस शब्द नूं तां असीं बहुत बारी पढ़ लैंदे हां, सुन लैंदे। हुण अगली पंक्ति की है? हम भी वंझां डुमणी, मैं भी जावांगा।
ਇਹਦੇ ਉੱਤੇ ਅਸੀਂ ਕਦੀ ਧਿਆਨ ਨਹੀਂ ਦਿੰਦੇ। ਇੱਕ ਪੰਕਤੀ ਉਹ ਅਸੀਂ ਸੁਣ ਲਈ, ਪੜ੍ਹ ਲਈ ਬੜੇ ਗੌਰ ਨਾਲ, ਉਹਦੇ ਉੱਤੇ ਬੜਾ ਮਨ ਲੱਗਿਆ ਸਾਡਾ। ਕਿਉਂ? ਕਿਉਂਕਿ ਉਹ ਮੇਰੇ ਨਾਲ ਸੰਬੰਧਿਤ ਨਹੀਂ ਸੀ, ਉਹ ਮੇਰੇ ਕਿਸੇ ਸਕੇ ਨਾਲ ਸੰਬੰਧਿਤ ਸੀ ਕਿ ਮੇਰਾ ਕੋਈ ਭਾਈ, ਮੇਰਾ ਕੋਈ ਧੀ ਪੁੱਤ, ਮੇਰੀ ਕੋਈ ਭੈਣ, ਮੇਰਾ ਕੋਈ ਮਿੱਤਰ ਸੱਜਣ ਉਹ ਦੁਨੀਆ ਤੋਂ ਤੁਰ ਗਿਆ। ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਦੀ ਨਾਲ। ਹੁਣ ਅਗਲੀ ਪੰਕਤੀ ਕਹਿੰਦੀ ਹੈ ਕਿ ਮੈਂ ਵੀ ਜਾਵਾਂਗਾ ਹੰਪੀ ਵੰਝਾਂ ਡੁੰਮਣੀ, ਮੈਂ ਵੀ ਉੱਥੇ ਹੀ ਜਾਵਾਂਗਾ, ਮੈਂ ਵੀ ਤੁਰਾਂਗਾ ਇਸ ਸੰਸਾਰ ਵਿੱਚੋਂ। ਇਸ ਪੰਕਤੀ ਵੱਲ ਅਸੀਂ ਧਿਆਨ ਨਹੀਂ ਦਿੰਦੇ। ਸੱਚ ਇਹੀ ਹੈ। ਸਤਿਗੁਰੂ ਕਹਿੰਦੇ ਜਿਹਨੇ ਸੱਚ ਨੂੰ ਪਛਾਣਿਆ ਉਹਦਾ ਦੁੱਖ ਮਿਟ ਗਿਆ। ਜਿਹਨੇ ਸੱਚ ਨੂੰ ਪਛਾਣ ਲਿਆ ਕਿ ਜੇ ਮੇਰਾ ਕੋਈ ਚਲਾ ਗਿਆ ਤਾਂ ਮੈਂ ਕਿਹੜਾ ਰਵਾਂਗਾ, ਮੈਂ ਹਮੇਸ਼ਾ ਤਾਂ ਰਵਾਂਗਾ ਨਹੀਂ। ਇਸ ਲਈ ਸੱਚ ਨੂੰ ਪਛਾਣੋ ਗੁਰੂ ਦੇ ਸ਼ਬਦ ਰਾਹੀਂ, ਉਹਨੂੰ ਦੇਖੋ ਆਪਣੀਆਂ ਅੱਖਾਂ ਰਾਹੀਂ, ਉਹਨੂੰ ਇਗਨੋਰ ਨਾ ਕਰੋ। ਜੇ ਤੁਸੀਂ ਸੱਚ ਨੂੰ ਇਗਨੋਰ ਕਰਦੇ ਰਹੋਗੇ ਦੇਖ ਕੇ ਵੀ, ਤਾਂ ਇੱਕ ਦਿਨ ਐਸਾ ਆਵੇਗਾ ਕਿ ਇਹ ਜ਼ਿੰਦਗੀ ਤੁਹਾਨੂੰ ਇਗਨੋਰ ਕਰ ਜਾਏਗੀ। ਜਿਨ੍ਹਾਂ ਨੂੰ ਜ਼ਿੰਦਗੀ ਇਗਨੋਰ ਕਰ ਦਿੰਦੀ ਹੈ, ਮੌਤ ਦੇ ਆਗੋਸ਼ ਵਿੱਚ ਉਹ ਹਮੇਸ਼ਾ ਲਈ ਸੌਂ ਜਾਂਦੇ ਨੇ ਉਹ ਲੋਕ। ਇਸ ਕਰਕੇ ਸਤਿਗੁਰੂ ਕਹਿੰਦੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸੱਚ ਨੂੰ ਪਛਾਣੋ। ਜਿਨ੍ਹਾਂ ਸੱਚ ਨੂੰ ਪਛਾਣ ਲਿਆ ਉਹਨਾਂ ਦਾ ਦੁੱਖ ਮਿਟ ਗਿਆ। ਦੁੱਖ ਮਿਟੈ ਸੱਚ ਸ਼ਬਦ ਪਛਾਨੈ, ਦੁੱਖ ਮਿਟ ਜਾਏਗਾ। ਜਦੋਂ ਦਿਸ ਪਵੇ ਸੱਚ ਕਿ ਇਹੀ ਅਸਲੀਅਤ ਹੈ ਤਾਂ ਫਿਰ ਦੁੱਖ ਕਿਵੇਂ ਵਿਆਪੇਗਾ, ਫਿਰ ਤੁਹਾਨੂੰ ਦੁੱਖ ਕਿਵੇਂ ਚੰਬੜੇਗਾ ਕਿ ਬਹੁਤ ਦੁੱਖ ਹੋਇਆ ਕਿ ਫਲਾਣਾ ਆਦਮੀ ਤੁਰ ਗਿਆ, ਤੇ ਇਹ ਦਿਸ ਪਿਆ ਕਿ ਮੈਂ ਵੀ ਤੁਰ ਜਾਣਾ, ਤਾਂ ਫਿਰ ਕਾਹਦਾ ਦੁੱਖ ਕਿ ਮੈਂ ਵੀ ਤਾਂ ਜਾਵਾਂਗਾ ਹੀ। ਸੱਚ ਨੂੰ ਪਛਾਣ ਕੇ ਦੁੱਖ ਮਿਟਦਾ। ਰਾਮ ਜਪੋ ਮੇਰੀ ਸਖੀ ਸਖੈਨੀ, ਹੇ ਸਖੀ ਵਾਹਿਗੁਰੂ ਦਾ ਨਾਮ ਜਪੋ। ਹੇ ਮੇਰੇ ਮਿੱਤਰ, ਹੇ ਗੁਰਮੁਖ ਉਸ ਪਰਮੇਸ਼ਰ ਨੂੰ ਸਿਮਰ। ਸਤਿਗੁਰ ਸੇਵ ਦੇਖੋ ਪ੍ਰਭ ਨੈਣੀ, ਗੁਰੂ ਨੂੰ ਸੇਵ ਕੇ ਉਸ ਵਾਹਿਗੁਰੂ ਨੂੰ ਆਪਣੇ ਨੈਣਾ ਰਾਹੀਂ, ਆਪਣੇ ਅੱਖਾਂ ਰਾਹੀਂ ਦੇਖ ਲੈ, ਆਪਣੇ ਨੇਤਰਾਂ ਰਾਹੀਂ ਦੇਖ ਲੈ ਉਸ ਨੂੰ। ਰਹਾਓ ਬੰਧਨ ਮਾਤ ਪਿਤਾ ਸੰਸਾਰ, ਇਸ ਸੰਸਾਰ ਦੇ ਵਿੱਚ ਬੰਧਨ ਹੀ ਬੰਧਨ ਨੇ। ਬੰਧਨ, ਸਤਿਗੁਰੂ ਕਹਿੰਦੇ ਇਸ ਸੰਸਾਰ ਵਿੱਚ ਬੰਦਾ ਕਿਵੇਂ ਬੰਧਨਾਂ ਵਿੱਚ ਵੱਜਾ ਹੋਇਆ। ਅਸੀਂ ਵੱਜੇ ਪਏ ਆ ਜੰਜਾਲਾਂ ਵਿੱਚ। ਕੋਈ ਇੱਕ ਬੰਧਨ ਹੋਵੇ ਤਾਂ ਚਲੋ ਗੱਲ ਸਮਝ ਆਉਂਦੀ, ਪਰ ਸਤਿਗੁਰੂ ਕਹਿੰਦੇ ਇੱਥੇ ਤੇ ਬੰਧਨ ਹੀ ਬੰਧਨ ਨੇ। ਬੰਧਨ ਮਾਤ ਪਿਤਾ ਸੰਸਾਰ, ਮਾਂ ਬਾਪ ਉਹ ਵੀ ਬੰਧਨ ਬਣ ਗਏ। ਕਿਵੇਂ? ਮੋਹ ਦਾ ਬੰਧਨ ਹੈ ਉਹਨਾਂ ਦੇ ਨਾਲ। ਬੰਧਨ ਸੁੱਤ ਕੰਨਿਆ ਅਰਨਾਰ, ਬੰਧਨ ਮਾਂ ਬਾਪ ਦਾ, ਬੰਧਨ ਧੀਆਂ ਪੁੱਤਾਂ ਦਾ, ਨਾਰ ਇਸਤਰੀ ਦਾ ਬੰਧਨ, ਕਿ ਬੰਦਾ ਉਹਨਾਂ ਦੇ ਬੰਧਨ ਵਿੱਚ ਐਸਾ ਵੱਜ ਗਿਆ ਕਿ ਉਹਨਾਂ ਦੇ ਮੋਹ ਵਿੱਚ। ਇਸ ਲਈ ਮੋਹ ਵਿੱਚ ਉਹ ਬਹੁਤ ਕੁਝ ਕਰ ਜਾਂਦਾ ਹੈ। ਆਪਣੇ ਪੁੱਤ ਦਾ ਮੋਹ, ਆਪਣੀ ਪਤਨੀ ਦਾ ਮੋਹ, ਆਪਣੀ ਧੀ ਦਾ ਮੋਹ, ਆਪਣੇ ਪਰਿਵਾਰ ਦਾ ਮੋਹ। ਪਤੀ ਪਤਨੀ ਇਹ ਬੰਧਨ ਨਹੀਂ ਹੁੰਦੇ। ਬੰਧਨ ਕੀ ਹੈ? ਬੰਧਨ ਜਿਹੜਾ ਉਹਨਾਂ ਦਾ ਸੰਬੰਧ ਹੈ, ਮੋਹ ਦਾ ਸੰਬੰਧ, ਉਹ ਮੋਹ ਬੰਧਨ ਹੈ। ਮਾਂ ਬਾਪ ਕੋਈ ਨਹੀਂ ਬੰਨ੍ਹਦੇ, ਕੋਈ ਧੀ ਪੁੱਤ ਸਾਨੂੰ ਬੰਨ੍ਹ ਨਹੀਂ ਸਕਦਾ। ਮੋਹ ਬੰਨ੍ਹਦਾ ਸਾਨੂੰ, ਜਦੋਂ ਬੰਨ੍ਹਦਾ ਮੋਹ ਬੰਨ੍ਹਦਾ। ਪੁੱਤਰ ਧੀ, ਉਹਨੂੰ ਹੋ ਸਕਦਾ ਤੁਸੀਂ ਪੜ੍ਹਨ ਲਿਖਣ ਵਾਸਤੇ ਕੈਨੇਡਾ ਅਮਰੀਕਾ ਭੇਜਿਆ ਹੋਵੇ, ਬਹੁਤ ਦੂਰ ਹੈ, ਪਰ ਉਹਦਾ ਮੋਹ ਸਾਨੂੰ ਇੱਥੇ ਜਕੜੀ ਬੈਠਾ ਹੈ। ਹਰ ਵੇਲੇ ਧਿਆਨ ਉੱਥੇ ਰਹਿੰਦਾ ਹੈ, ਹਰ ਵੇਲੇ ਧਿਆਨ ਆਪਣੇ ਧੀ ਪੁੱਤ ਵਿੱਚ ਹੀ ਲੱਗਾ ਰਹਿੰਦਾ ਹੈ।
ਉਹਨੇ ਰੋਟੀ ਖਾ ਲਈ ਹੋਵੇਗੀ ਕਿ ਨਹੀਂ, ਉਹ ਟਾਈਮ ਸਿਰ ਕਾਲਜ ਚਲਾ ਗਿਆ ਹੋਵੇਗਾ ਕਿ ਨਹੀਂ, ਉਹਨੇ ਇੱਥੇ ਕੁਝ ਕੀਤਾ ਨਹੀਂ ਸੀ, ਉੱਥੇ ਉਹਨੂੰ ਕੰਮ ਵੀ ਕਰਨਾ ਪੈਂਦਾ ਹੋਵੇਗਾ। ਹਰ ਵੇਲੇ ਉਹਦਾ ਹੀ ਖਿਆਲ ਹੈ, ਹਰ ਵੇਲੇ। ਇੱਥੇ ਉਹਨੂੰ ਸਾਰਾ ਕੁਝ ਬਣਿਆ ਬਣਾਇਆ ਮਿਲਦਾ ਸੀ, ਉੱਥੇ ਉਹਨੂੰ ਸਾਰਾ ਕੁਝ ਆਪ ਆਪਣੇ ਹੱਥੀਂ ਕਰਨਾ ਪੈਂਦਾ। ਹਰ ਵੇਲੇ ਮਾਂ ਨੂੰ ਇਹੀ ਖਿਆਲ ਆਈ ਜਾਂਦੇ ਨੇ। ਇਸ ਲਈ ਇਹ ਬੰਧਨ, ਬੈਠੀ ਬਹੁਤ ਦੂਰ ਹੈ ਮਾਂ, ਧੀ ਪੁੱਤ ਬਹੁਤ ਦੂਰ ਬੈਠਾ, ਪਰ ਇੱਕ ਦੂਸਰੇ ਦਾ ਮੋਹ ਦੋਨਾਂ ਨੂੰ ਬੰਨ ਕੇ ਬੈਠਾ ਹੋਇਆ, ਬੰਨ ਕੇ ਬਿਠਾਲਿਆ ਹੋਇਆ ਦੋਨਾਂ ਨੂੰ। ਇਸ ਕਰਕੇ ਸਤਿਗੁਰੂ ਕਹਿੰਦੇ ਇਹ ਸਭ ਬੰਧਨ ਨੇ ਮੋਹ ਦੇ। ਜੇ ਮੋਹ ਨਹੀਂ ਹੈ ਤਾਂ ਕੋਈ ਬੰਧਨ ਨਹੀਂ ਹੈ। ਉੱਥੇ ਵਸਣ ਵਾਲੇ ਲੋਕ ਜਿਹੜੇ ਉੱਥੋਂ ਦੇ ਨੇ, ਉਹਨਾਂ ਨੂੰ ਕੋਈ ਮੋਹ ਨਹੀਂ ਹੈ, ਉਹਨਾਂ ਨੂੰ ਕੋਈ ਮੋਹ ਨਹੀਂ। ਪੁੱਤਰ ਕਿੱਥੇ ਹੈ, ਮਾਂ ਕਿੱਥੇ ਹੈ, ਪਿਤਾ ਕਿੱਥੇ ਹੈ, ਭੈਣ ਭਰਾ ਕਿੱਥੇ ਨੇ, ਚਾਚੇ ਤਾਏ ਕਿੱਥੇ ਨੇ, ਕੋਈ ਮਤਲਬ ਨਹੀਂ ਇਸ ਗੱਲ ਨਾਲ, ਕਿਉਂਕਿ ਮੋਹ ਨਹੀਂ ਹੈ। ਇਸ ਲਈ ਬੰਧਨ ਵੀ ਕੋਈ ਨਹੀਂ ਹੈ, ਕਿਉਂਕਿ ਕੋਈ ਪੁੱਛਣ ਵਾਲਾ ਨਹੀਂ, ਕੋਈ ਜਾਣਨ ਵਾਲਾ ਨਹੀਂ, ਕੋਈ ਕਿਸੇ ਤਰ੍ਹਾਂ ਦਾ ਝਮੇਲਾ ਨਹੀਂ। ਪੁੱਤਰ ਜਿੱਥੇ ਮਰਜ਼ੀ ਤੁਰਿਆ ਫਿਰ ਰਿਹਾ, ਮਾਂ ਨੂੰ ਕੋਈ ਫਿਕਰ ਨਹੀਂ ਹੈ। ਪਿਤਾ ਕਿੱਥੇ ਹੈ, ਬੱਚੇ ਨੂੰ ਕੋਈ ਪਤਾ ਨਹੀਂ, ਕਿਉਂਕਿ ਉਹ ਆਜ਼ਾਦ ਹੋ ਗਿਆ, ਮੋਹ ਦਾ ਸੰਬੰਧ ਹੀ ਨਹੀਂ ਹੈ। ਇਸ ਲਈ ਇਹ ਵੀ ਠੀਕ ਨਹੀਂ ਹੈ, ਕਿਉਂਕਿ ਬਿਲਕੁਲ ਹੀ ਉਹ ਇੱਕ ਦੂਸਰੇ ਨਾਲ ਟੁੱਟ ਗਏ। ਇੱਥੇ ਮੋਹ ਦਾ ਸੰਬੰਧਨ ਮਤਲਬ ਇੱਕ ਦੂਸਰੇ ਤੋਂ ਟੁੱਟਣਾ ਨਹੀਂ ਹੈ। ਮੋਹ ਮਿਟਣ ਦਾ ਮਤਲਬ ਇੱਕ ਦੂਸਰੇ ਦਾ ਤੋਂ ਟੁੱਟਣਾ ਨਹੀਂ ਹੁੰਦਾ, ਇੱਕ ਦੂਸਰੇ ਤੋਂ ਦੂਰ ਜਾਣਾ ਨਹੀਂ ਹੁੰਦਾ। ਮੋਹ ਦੇ ਮਿਟਣ ਤੋਂ ਬਾਅਦ ਕੁਝ ਹੋਰ ਹੈ ਜੋ ਪ੍ਰਗਟ ਹੁੰਦਾ ਹੈ, ਜਿਹਦਾ ਸਾਨੂੰ ਗਿਆਨ ਨਹੀਂ ਹੈ। ਸਤਿਗੁਰੂ ਕਹਿੰਦੇ ਮੋਹ ਦਾ ਬੰਧਨ ਬੰਦੇ ਨੂੰ ਉਲਝਾਈ ਰੱਖਦਾ ਹੈ। ਇਸ ਮੋਹ ਵਸ ਬੰਦਾ ਬਹੁਤ ਕੁਝ ਕਰ ਜਾਂਦਾ ਹੈ, ਗਲਤ ਵੀ ਕਰ ਜਾਂਦਾ ਹੈ, ਸਹੀ ਵੀ ਕਰ ਜਾਂਦਾ ਹੈ। ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਅਰਨਾਰ, ਬੰਧਨ ਕਰਮ ਧਰਮ ਹਉ ਕੀਆ। ਸਤਿਗੁਰੂ ਕਹਿੰਦੇ ਕਰਮ ਧਰਮ ਦੇ ਬੰਧਨ ਵੀ ਨੇ ਬੰਦੇ ਨੂੰ। ਕਰਮ ਧਰਮ ਹਉ ਕੀਆ, ਮੈਂ ਕੀਤਾ ਕਰਮ, ਹਉ ਕੀਆ ਮੈਂ ਕਰਿਆ, ਮੈਂ ਗੁਰਦੁਆਰੇ ਗਿਆ, ਇਹ ਬੰਧਨ। ਮੈਂ ਸੇਵਾ ਕੀਤੀ, ਇਹ ਵਾਲਾ ਬੰਧਨ। ਮੈਂ ਕਿਸੇ ਭੁੱਖੇ ਨੂੰ ਰੋਟੀ ਖਿਲਾਈ, ਇਹ ਬੰਧਨ। ਇਹ ਬੰਨ ਲੈਂਦਾ ਬੰਦੇ। ਸਤਿਗੁਰੂ ਕਹਿੰਦੇ ਆ ਜਿਹੜਾ ਮੈਂ ਦਾ ਬੰਧਨ ਹੈ, ਬਹੁਤ ਸਾਰੇ ਲੋਕ ਧਾਰਮਿਕ ਕਰਮ ਕਰਦੇ ਨੇ, ਪੂਜਾ ਪਾਠ ਕਰਦੇ ਨੇ, ਸਿਮਰਨ ਸਾਧਨਾ ਕਰਦੇ ਨੇ, ਪਰ ਉਹ ਇਸ ਬੰਧਨ ਵਿੱਚ ਵੱਜ ਜਾਂਦੇ ਨੇ। ਮੈਂ ਕਰਿਆ, ਮੈਂ ਦਾ ਬੰਧਨ ਪਿਆ ਹੋਇਆ ਬੰਦੇ ਨੂੰ। ਕਰਮ ਕਰੋ ਪਰ ਮੈਂ ਵਿੱਚ ਨਾ ਵੱਜਣਾ। ਪਰਿਵਾਰ ਨੂੰ ਸੰਭਾਲੋ ਪਰ ਮੈਂ ਵਿੱਚ ਨਾ ਵੱਜਣਾ। ਧੀਆਂ ਪੁੱਤਾਂ ਦੀ ਦੇਖਭਾਲ ਕਰੋ ਪਰ ਮੈਂ ਦੇ ਬੰਧਨ ਵਿੱਚ ਨਾ ਵੱਜੋ ਕਿ ਮੈਂ ਕਰਦਾ ਵਾਂ, ਮੈਂ ਨਾ ਹੋਵਾਂ ਤਾਂ ਇਹਨਾਂ ਨੂੰ ਕੌਣ ਪਾਲੇ। ਇਹ ਭੁਲੇਖਾ ਹੀ ਹੈ ਸਾਨੂੰ, ਇਹ ਸਾਨੂੰ ਭਰਮ ਹੀ ਹੈ। ਸਾਨੂੰ ਲੱਗਦਾ ਕਿ ਅਸੀਂ ਨਾ ਹੋਈਏ ਤੇ ਕਿਵੇਂ ਪੜਨਗੇ ਨਿਆਣੇ। ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਪਲ ਉਹ ਵੀ ਜਾਂਦੇ ਨੇ, ਜਿਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ। ਇਸ ਲਈ ਉਸ ਬੰਦੇ ਦੇ ਹਾਲਾਤ ਉਦਾਂ ਦੇ ਹੋ ਜਾਂਦੇ ਨੇ, ਉਹ ਉਹਨਾਂ ਹਾਲਾਤਾਂ ਦੇ ਮੁਤਾਬਕ ਚੱਲ ਪੈਂਦਾ ਹੈ। ਸਾਡੇ ਬੱਚੇ ਉਹਨਾਂ ਨੂੰ ਹਾਲਾਤ ਇਹੋ ਜਿਹੇ ਮਿਲੇ ਕਿ ਠੀਕ ਹੈ ਬਾਪੂ ਕਰੀ ਜਾਂਦਾ ਸਾਰਾ ਕੁਝ, ਸਾਨੂੰ ਕੋਈ ਫਿਕਰ ਕਰਨ ਦੀ ਲੋੜ, ਉਹ ਇਹੋ ਜਿਹਾ ਹੋ ਗਿਆ। ਇਸ ਲਈ ਸਤਿਗੁਰੂ ਕਹਿੰਦੇ ਇਹ ਬੰਧਨ ਮੋਹ ਦਾ। ਅਸੀਂ ਬੱਝੇ ਹੋਏ, ਮੈਂ ਕਰਨ ਵਾਲਾ, ਮੈਂ ਇਹਨਾਂ ਨੂੰ ਰੋਟੀ ਦੇਣ ਵਾਲਾ, ਮੈਂ ਪਾਲਣ ਵਾਲਾ। ਜਦੋਂ ਆ ਮੈਂ ਦਾ ਬੰਧਨ ਪਿਆ ਹੋਵੇ ਤਾਂ ਅਸੀਂ ਕੁਝ ਵੀ ਕਰੀਏ ਅਸੀਂ ਵੱਜ ਜਾਂਦੇ ਆ, ਅਸੀਂ ਬੱਝੇ ਹੋਏ ਆ। ਧੀਆਂ ਪੁੱਤਾਂ ਨੇ ਨਹੀਂ ਬੰਨਿਆ, ਮੈਂ ਨੇ ਬੰਨਿਆ ਸਾਨੂੰ। ਮੋਹ ਨੇ ਬੰਨਿਆ, ਲੋਭ ਨੇ ਬੰਨਿਆ, ਕ੍ਰੋਧ ਨੇ ਬੰਨਿਆ।
इन्हां विकारां तो मुक्त हो जावो तो कोई नहीं बन सकता, कोई नहीं बन सकता। इस करके सतगुरु आखदे कि बंधन कर्म धर्म हों किया, बंधन पुत कलत मन बिया। पुत्र कलत्तर मतलब स्त्री, पुत कलत मन बिया, मन विच बिया कुछ होर दूसरा, मन विच कुछ दूसरा भी है, मन विच दूसरा चलता है। मन की कहता है? मन अपनी स्त्री नूं त्याग के दूसरी स्त्री दा मन विच मोह पाली बैठा है। मन दूसरे नाल जुड़िया होया है। मन कहता है कि दूसरे दा घर ज़्यादा वधिया है, मन विच ये चलता है कि दूसरे दी नौकरी ज़्यादा वधिया है, दूसरा ज़्यादा कमाई करता है, मन विच आ दूजा चलता है। मन की कहता है कि तेरे धीआं पुत्तां नालों दूजिआं दे चंगे ने, मन ये कुछ सोची जाता है। सतगुरु कहते मन विच दूसरा है, जो अपने कोल है उहदा कोई ख्याल नहीं है, जो चीज़ां अपने कोल ने उन्हां नूं नहीं देखदा, दूसरिਆਂ ਦੀਆਂ चीज़ां वेखदा है। अपनी वधिया चीज़ भी वधिया नहीं लगती, दूसरे की घटिया चीज़ भी वधिया लगती है। सतगुरु कहते ये बंधन, इस बंधन विच बंदा बज्झा होया। बंधन किरखी करे किरसान। सतगुरु कहते किसान खेती करता है, फसल बीजदा है, उन्होंने वड्ढदा है, अपने घर लियाउंदा है जां बेचदा है। उहदे मन अंदर मोह भी है तो लोभ भी है। लोभ कि माया आएगी चार, मोह कि मेरे धीआं पुत खाणगे। सतगुरु कहते ये बंधन, बंधन सुत किरखी करे किरसान, हौमै डन सह राजा मंगे दान। तो उसने जिहड़ी फसल बीजी है, उन्हां जिहड़ा उहनूं लाभ होया है, उस फसल दे विचों राजा मंगदा दान। वो कहंदा भाई मामला धार, टैक्स दे। वो धक्के नाल उहदे कोलों उहदे विचों कुछ हिस्सा लै लैंदा, क्योंकि उन्हां दिनां दे विच गुरु साहिब दे वेले फसल का कुछ हिस्सा लै लिया जाता सी, तीसरा जां चौथा हिस्सा किसान की फसल का सरकार लै जाती सी टैक्स के रूप में, मामले के रूप में। सतगुरु कहते राजा मंगदा है धक्के नाल, राजा मंगा दान, मंगदा दान। तो राजा आप की करदा है? हौमै डन सह, हौमै दे विच वो फसिया होया, हौमै दा बंधन उहनूं पिया। उहनूं लगदा है कि मैं सारा कुछ संभाल रहा, उहनूं लगदा है कि मैं सारा कुछ कर रहा, कि जे मैं ना हुंदा तां इस देश दा की हुंदा, जे साडी सरकार ना बनदी तां देश तां रुड़ गया सी। ऐसा भी भरम पाया जाता है कि जदों दी साडी सरकार आई है, देश आज़ाद ही उदों होया। 2014 तो पहला देश आज़ाद ही नहीं सी, 2014 तो बाद ही देश आज़ाद होया। ऐसे भरम पाले जाते हैं, ऐसे भुलेखे कि जदों साडी सत्ता आई, साडा राज आया, उदों सुख होया। सतगुरु कहते हंकार हौमै डन, हौमै दे विच है। हौमै डन सह राजा मंगै दान, धक्के नाल दान मंगदा है, धक्के नाल। जिवें चोर हथियार दिखा के, पिस्तौल दिखा के, कोई चाकू छुरी दिखा के लुटदा ना, इसे तरह डरावा दे के दान भी लिया जाता है कि भाई नरक च सड़ना पएगा, दान देवो। इस तरह ही डर दिता जाता है। इसलिए चोर ते इन्हां लोकां विच कोई बहुता अंतर नहीं हुंदा, क्योंकि एक तलवार का डर दे के लुट लैंदा है, एक नरक का डर दे के लुट लैंदा है। दोनों में बहुता कोई अंतर नहीं। तो सरकार दे लुट्टण का ढंग थोड़ा होर है, वो बंदे नूं टैक्स के नां ते लुट लैंदी है, कर दे नां ते लुट लैंदे ने। तो ये लुट्टा खोई सारे पासे चलती हुई रहिंदी है। सतगुरु कहते बंदा इन्हां बंधनां विच वज्जिया रहिंदा है, फसिया किसी पासे जा नहीं सकता। बंधन सौदा अणविचारी। सतगुरु कहते जिहड़ा अणविचारिया होया सौदा बंदा इकट्ठा करता है, वो बंधन बनता है। अणविचारिया, बिना विचारिया, जिहड़ा कर्म असी बिना विचारिया, बिना सोचे समझे करते हैं,
ਉਹ ਸਾਡੇ ਲਈ ਬੰਧਨ ਬਣਦਾ ਹੈ। ਜਿਵੇਂ ਵਾਸਨਾ ਦੇ ਅਧੀਨ ਜਿਹੜਾ ਵੀ ਬੰਦਾ ਜਾਂਦਾ ਹੈ ਉਹ ਬਿਨਾਂ ਵਿਚਾਰਿਆਂ ਜਾਂਦਾ ਹੈ। ਲੋਭ ਦੇ ਵਿੱਚ ਜਿਹੜਾ ਵੀ ਬੰਦਾ ਫਸਦਾ ਹੈ ਉਹ ਬਿਨਾਂ ਸੋਚੇ ਸਮਝੇ ਫਸਦਾ ਹੈ। ਕਿਉਂਕਿ ਜਦੋਂ ਸਾਹਮਣੇ ਪੈਸਾ ਦਿਸਦਾ ਹੋਵੇ ਤਾਂ ਕਿਹੜਾ ਬੰਦਾ ਵਿਚਾਰ ਕਰਦਾ ਹੈ? ਵਿਚਾਰ ਕਰਨ ਦੀ ਸੁਝਦੀ ਨਹੀਂ ਉਸ ਵੇਲੇ। ਸਾਹਮਣੇ ਵਾਸਨਾ ਦਿਖਾਈ ਦੇ ਰਹੀ ਹੈ ਤਾਂ ਬੰਦਾ ਵਿਚਾਰ ਨਹੀਂ ਕਰਦਾ, ਜਰਾ ਵੀ ਨਹੀਂ। ਕਿਸੇ ਨੇ ਕੁਝ ਕਹਿ ਦਿੱਤਾ, ਕੋਈ ਐਸੀ ਗੱਲ ਜਿਹਨੂੰ ਸੁਣ ਕੇ ਗੁੱਸਾ ਆ ਜਾਵੇ, ਗੱਲ ਸੁਣੀ ਤੇ ਕ੍ਰੋਧ ਆ ਗਿਆ, ਕਿ ਕ੍ਰੋਧ ਤੋਂ ਪਹਿਲਾਂ ਬੰਦੇ ਨੇ ਵਿਚਾਰ ਕੀਤਾ ਕਿ ਇਸ ਗੱਲ ਤੇ ਗੁੱਸਾ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ? ਕੌਣ ਕਰਦਾ ਹੈ ਵਿਚਾਰ? ਅਸੀਂ ਤਾਂ ਕ੍ਰੋਧ ਕਰਦੇ ਹਾਂ, ਨਾਲ ਦੀ ਨਾਲ ਉਹਨੇ ਕਿਹਾ ਤੇ ਨਾਲ ਹੀ ਉਹਨੂੰ ਗਲੋਂ ਫੜ ਲੈਂਦੇ ਹਾਂ। ਵਿਚਾਰ ਕੌਣ ਕਰਦਾ? ਸਤਿਗੁਰੂ ਕਹਿੰਦੇ ਜਿਹੜਾ ਵੀ ਬੰਦਾ ਬਿਨਾਂ ਵਿਚਾਰਿਆਂ ਕੁਛ ਬਿਹਾਜਦਾ ਹੈ, ਕੁਛ ਵੀ ਕਰਦਾ ਹੈ, ਉਹ ਬੰਧਨ ਵਿੱਚ ਵੱਜਦਾ ਹੈ। ਉਹ ਬੰਧਨ ਵਿੱਚ, ਉਹਨੂੰ ਕਾਮ ਕ੍ਰੋਧ ਦੇ ਬੰਧਨ, ਲੋਭ ਮੋਹ ਦੇ ਹਉਮੈ ਦੇ ਬੰਧਨ ਮੰਨ ਲੈਂਦੇ ਨੇ। ਬੰਧਨ ਸੌਦਾ ਅਣਵਿਚਾਰੀ ਤ੍ਰਿਪਤ ਨਾਹੀ। ਸਤਿਗੁਰੂ ਕਹਿੰਦੇ ਤ੍ਰਿਪਤ ਨਹੀਂ ਹੁੰਦਾ, ਰੱਜਦਾ ਨਹੀਂ। ਵਪਾਰੀਆਂ ਨੂੰ ਤੁਸੀਂ ਕਦੀ ਰੱਜਦਿਆਂ ਦੇਖਿਆ? ਵੱਡੇ ਵੱਡੇ ਬਿਜ਼ਨਸਮੈਨ, ਉਹਨਾਂ ਨੂੰ ਕਦੇ ਰੱਜਦਿਆਂ ਨਹੀਂ ਦੇਖੋਗੇ ਤੁਸੀਂ। ਹਮੇਸ਼ਾ ਹੀ ਭੁੱਖੇ ਹੀ ਨਜ਼ਰ ਆਉਣਗੇ, ਹਮੇਸ਼ਾ ਹੀ। ਤ੍ਰਿਪਤ ਨਹੀਂ ਨਾਹੀ ਮਾਇਆ ਮੋਹ ਪਸਾਰੀ। ਮਾਇਆ ਦਾ ਮੋਹ ਬਹੁਤ ਪਸਰਿਆ ਹੋਇਆ। ਜਿੰਨੇ ਵੀ 2-3 ਵੱਡੇ ਵੱਡੇ ਘਰਾਣੇ ਨੇ ਸਾਡੇ ਦੇਸ਼ ਦੇ, ਸਾਰੀ ਜਿੰਨੀ ਵੀ ਇਸ ਧਰਤੀ ਦੀ ਜਾਂ ਸਾਡੇ ਦੇਸ਼ ਦੀ ਖਾਸ ਕਰਕੇ ਇਕਨੋਮੀ ਹੈ, ਉਹ ਚਾਹੁੰਦੇ ਕਿ ਸਾਡੇ ਹੱਥ ਵਿੱਚ ਹੀ ਹੋਵੇ ਬਸ। ਤੇ ਹੈ ਵੀ ਉਹਨਾਂ ਦੇ ਹੱਥ ਵਿੱਚ ਹੀ ਹੈ। ਸਾਰਾ ਕੁਝ ਕਰਦੇ ਕਰਾਉਂਦੇ ਚਲਾਉਂਦੇ ਤਾਂ ਉਹੀ ਨੇ, ਸਰਕਾਰਾਂ ਤੇ ਨਾਂ ਦੀਆਂ ਹੀ ਨੇ ਬਸ। ਇਸ ਲਈ ਸਤਿਗੁਰੂ ਕਹਿੰਦੇ ਤ੍ਰਿਪਤ ਨਹੀਂ ਹੁੰਦਾ ਆਦਮੀ। ਕੁਛ ਵੀ ਹਾਸਲ ਕਰ ਲਵੇ, ਕੁਛ ਵੀ ਪ੍ਰਾਪਤੀ ਕਰ ਲਵੇ, ਸਾਰੀ ਧਰਤੀ ਨੂੰ ਵੀ ਜੇ ਆਪਣੇ ਅਧੀਨ ਕਰ ਲਵੇ ਤਾਂ ਵੀ ਰੱਜਦਾ ਨਹੀਂ, ਤਾਂ ਵੀ ਤ੍ਰਿਪਤ ਨਹੀਂ ਹੁੰਦਾ। ਤ੍ਰਿਪਤ ਨਹੀਂ ਮਾਇਆ ਮੋਹ ਪਸਾਰੀ, ਬੰਧਨ ਸ਼ਾਹ ਸੰਚੈ ਧਨ ਜਾਏ। ਸਤਿਗੁਰੂ ਕਹਿੰਦੇ ਸ਼ਾਹੂਕਾਰ ਧਨ ਸੰਚਦਾ ਬਹੁਤ, ਪਰ ਤ੍ਰਿਪਤ ਨਹੀਂ ਹੁੰਦਾ। ਇਕੱਠਾ ਕਰੀ ਜਾਂਦਾ ਧਨ, ਹੋਰ ਜੋੜੀ ਜਾਂਦਾ, ਹੋਰ ਜੋੜੀ ਜਾਂਦਾ, ਹੋਰ ਜੋੜੀ ਜਾਂਦਾ, ਬੜੀ ਜਲਦੀ ਧਨ ਜੋੜਦਾ ਜਾਂਦਾ, ਜੋੜਦਾ ਜਾਂਦਾ। ਬੰਧਨ ਸ਼ਾਹ ਸੰਚੈ ਧਨ ਜਾਏ। ਲੋਭ ਦਾ, ਤ੍ਰਿਸ਼ਨਾ ਦਾ ਬੰਧਨ ਉਹਨੂੰ ਪਿਆ ਹੋਇਆ, ਇਸ ਲਈ ਉਹ ਪੈਸਾ ਜੋੜਨ ਤੇ ਲੱਗਾ ਹੋਇਆ। ਸਤਿਗੁਰੂ ਨੇ ਬਾਣੀ ਅੰਦਰ ਜ਼ਿਕਰ ਕੀਤਾ ਹੈ, ਸਤਿਗੁਰੂ ਕਹਿੰਦੇ ਜਿਹੜਾ ਕੰਜੂਸ ਆਦਮੀ ਹੁੰਦਾ ਨਾ, ਉਹ ਸਿਰਫ ਪੈਸੇ ਨੂੰ ਸੰਭਾਲਦਾ, ਪੈਸੇ ਨੂੰ ਰੱਖਦਾ ਹੈ, ਉਹ ਵਰਤਦਾ ਨਹੀਂ, ਇਸਤੇਮਾਲ ਨਹੀਂ ਕਰਦਾ। ਤੇ ਉਹ ਸਮਝਦਾ ਕਿ ਧਨ ਮੇਰਾ ਹੈ। ਪਰਮਾਤਮਾ ਨੇ ਉਸ ਨੂੰ ਧਨ ਦਿੱਤਾ ਹੈ ਸਾਂਭਣ ਲਈ, ਖਰਚਣ ਲਈ ਨਹੀਂ। ਸੂਮੈ ਧਨ ਰਾਖਣ ਕੋ ਦਿਆ, ਮੁਗਧ ਕਹੈ ਧਨ ਮੇਰਾ। ਉਹ ਕੰਜੂਸ ਆਦਮੀ ਸਮਝਦਾ ਹੈ ਕਿ ਧਨ ਮੇਰਾ ਹੈ, ਪਰ ਉਹਨੂੰ ਸਿਰਫ ਧਨ ਰੱਖਣ ਲਈ ਦਿੱਤਾ ਗਿਆ, ਖਰਚਣ ਲਈ ਨਹੀਂ। ਸਾਡੇ ਖਰਚਣ ਤੋਂ ਪਤਾ ਲੱਗਦਾ ਕਿ ਅਸੀਂ ਕੀ ਹਾਂ। ਸਾਡੇ ਖਰਚਣ ਤੋਂ, ਅਮੀਰੀ ਦਾ ਪਤਾ ਖਰਚ ਤੋਂ ਪਤਾ ਲੱਗਦਾ ਕਿ ਅਸੀਂ ਕੀ ਖਰਚਦੇ ਹਾਂ, ਅਸੀਂ ਕੀ ਖਰੀਦਦੇ ਹਾਂ। ਪੈਸਾ ਬੰਦੇ ਕੋਲ ਬਹੁਤ ਹੋਵੇ ਤੇ ਖਰੀਦੇ ਕੁਛ ਵੀ ਨਾ, ਰਹਿੰਦਾ ਟੁੱਟੇ ਜਿਹੇ ਘਰ ਵਿੱਚ ਹੋਵੇ, ਕੋਈ ਕੁਛ ਵੀ ਨਹੀਂ ਉਹਦੇ ਕੋਲ ਸੁੱਖ ਸਹੂਲਤ, ਤਾਂ ਕਾਹਦੀ ਅਮੀਰੀ? ਕੁਛ ਵੀ ਨਹੀਂ ਅਮੀਰੀ। ਦਵਾਈ ਲੈਣ ਵਾਸਤੇ ਵੀ ਉਹ ਪੈਸਾ ਖਰਚਣ ਲਈ ਰਾਜੀ ਨਹੀਂ, ਤਾਂ ਫਿਰ ਉਸ ਨੂੰ ਕੀ ਕਹੋਗੇ ਤੁਸੀਂ? ਅਮੀਰ ਹੈ ਉਹ ਆਦਮੀ? ਬਿਲਕੁਲ ਵੀ ਨਹੀਂ। ਇਸ ਲਈ ਅਮੀਰੀ ਦਾ ਪਤਾ ਸਾਡੇ ਖਰਚਣ ਤੋਂ ਲੱਗਦਾ ਹੈ ਕਿ ਅਸੀਂ ਉਸ ਧਨ ਦਾ, ਉਸ ਪੈਸੇ ਦਾ ਕੀ ਇਸਤੇਮਾਲ ਕਰਦੇ ਹਾਂ। ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਬੰਧਨ ਸ਼ਾਹ ਸੰਚੈ ਧਨ ਜਾਏ। ਸ਼ਾਹੂਕਾਰ ਧਨ ਸੰਚਦਾ, ਇਕੱਠਾ ਕਰੀ ਜਾਂਦਾ, ਇਕੱਠੇ ਕਰੀ ਜਾਂਦਾ, ਜੋੜੀ ਜਾਂਦਾ, ਜੋੜੀ ਜਾਂਦਾ। ਬਿਨ ਹਰ ਭਗਤ ਨਾ ਪਵੈ ਥਾਏ। ਪਰਮਾਤਮਾ ਦੀ ਭਗਤੀ ਤੋਂ ਬਿਨਾਂ ਬੰਦੇ ਦਾ ਜੋੜਿਆ ਹੋਇਆ ਧਨ ਥਾਏ ਨਹੀਂ ਪੈਂਦਾ। ਸਾਡੀ ਕੀਤੀ ਕਮਾਈ ਉਹ ਥਾਏ ਨਹੀਂ ਪੈਂਦੀ। ਅਸੀਂ ਜਿੰਨਾ ਮਰਜ਼ੀ ਥੋੜਾ ਜੋੜ ਲਈਏ, ਬਹੁਤਾ ਜੋੜ ਲਈਏ,
ਉਹ ਸਾਡਾ ਕਬੂਲ ਤਾਂ ਪਵੇਗਾ ਜਦੋਂ ਅਸੀਂ ਉਹਦੀ ਭਗਤੀ ਨੂੰ ਆਪਣੇ ਜੀਵਨ ਵਿੱਚ ਲੈ ਆਵਾਂਗੇ। ਵਾਹਿਗੁਰੂ ਦੇ ਨਾਮ ਧਨ ਨੂੰ ਆਪਣੇ ਹਿਰਦੇ ਵਿੱਚ ਵਸਾ ਲਵਾਂਗੇ। ਜਿਵੇਂ ਤਿਜੋਰੀ ਵਿੱਚ ਪੈਸਾ ਥੋੜ੍ਹਾ ਬਹੁਤ ਅਸੀਂ ਜਮ੍ਹਾਂ ਕਰ ਲਿਆ, ਉਸੇ ਤਰ੍ਹਾਂ ਆਪਣੇ ਹਿਰਦੇ ਦੀ ਤਿਜੋਰੀ ਵਿੱਚ ਵਾਹਿਗੁਰੂ ਦਾ ਨਾਮ ਜਦੋਂ ਅਸੀਂ ਵਸਾ ਲੈਂਦੇ ਹਾਂ, ਫਿਰ ਸਾਡੀ ਦੌਲਤ ਸਫਲੀ ਹੁੰਦੀ ਹੈ। ਸਤਿਗੁਰੂ ਨੇ ਜ਼ਿਕਰ ਕੀਤਾ ਬਾਣੀ ਅੰਦਰ, ਸਤਿਗੁਰੂ ਕਹਿੰਦੇ ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਜਿਹੜੇ ਵਾਹਿਗੁਰੂ ਦੇ ਨਾਮ ਵਿੱਚ ਰੰਗੇ ਗਏ, ਉਹਨਾਂ ਦਾ ਖਾਣਾ ਪੀਣਾ ਪਹਿਨਣਾ ਸਭ ਪਵਿੱਤਰ ਹੋ ਗਿਆ। ਸਤਿਗੁਰੂ ਕਹਿੰਦੇ ਉਹਨਾਂ ਦੇ ਘੋੜੇ, ਹਾਥੀ ਘੋੜੇ, ਬੈਲ ਗੱਡੀਆਂ, ਰੱਥ, ਜਿਹੜੇ ਉਸ ਵੇਲੇ ਦੇ ਸਾਧਨ ਸੀ, ਅੱਜ ਦੇ ਸਾਧਨ ਗੱਡੀਆਂ, ਮੋਟਰ ਕਾਰਾਂ, ਸਤਿਗੁਰੂ ਕਹਿੰਦੇ ਸਭ ਸਫਲ ਨੇ ਉਹਨਾਂ ਦੇ ਜਿਹੜੇ ਵਾਹਿਗੁਰੂ ਨਾਮ ਨਾਲ ਜੁੜੇ, ਪਰਮੇਸ਼ਰ ਨਾਲ ਜੁੜੇ। ਇਸ ਲਈ ਅਸੀਂ ਸਫਲ ਤਾਂ ਹੁੰਦੇ ਹਾਂ ਜਦੋਂ ਉਹਦੀ ਭਗਤੀ ਸਾਡੇ ਜੀਵਨ ਵਿੱਚ ਆ ਵਸਦੀ ਹੈ। ਸਾਡਾ ਹਰ ਕਾਰਜ ਸਫਲਾ ਹੋ ਜਾਂਦਾ ਹੈ। ਬਿਨ ਹਰ ਭਗਤ ਨਾ ਪਵੇ ਥਾਏ ਬੰਧਨ ਵੇਦ-ਬਾਦ ਅਹੰਕਾਰ। ਸਤਿਗੁਰੂ ਕਹਿੰਦੇ ਲੋਕ ਧਰਮ ਗ੍ਰੰਥਾਂ ਨੂੰ ਪੜ੍ਹਦੇ ਨੇ ਤੇ ਧਰਮ ਗ੍ਰੰਥਾਂ ਨੂੰ ਪੜ੍ਹਨਾ ਵੀ ਬੰਧਨ ਬਣ ਜਾਂਦਾ ਹੈ। ਕਿਵੇਂ? ਜਦੋਂ ਉਹਨਾਂ ਨੂੰ ਪੜ੍ਹ ਕੇ ਹੰਕਾਰ ਹੋ ਜਾਂਦਾ ਹੈ ਬੰਦੇ ਨੂੰ ਕਿ ਮੇਰੇ ਵਰਗਾ ਤਾਂ ਵੇਦ ਪਾਠੀ ਕੋਈ ਨਹੀਂ, ਮੇਰੇ ਵਰਗਾ ਤਾਂ ਵੇਦਾਂ ਦਾ ਗਿਆਤਾ ਕੋਈ ਨਹੀਂ, ਜਿੰਨੀ ਬਾਣੀ ਮੈਂ ਪੜ੍ਹ ਲੈਣਾ ਓਨੀ ਤਾਂ ਕੋਈ ਪੜ੍ਹਦਾ ਹੀ ਨਹੀਂ ਹੋਣਾ। ਸਤਿਗੁਰੂ ਕਹਿੰਦੇ ਇਹ ਵੀ ਬੰਧਨ ਬਣ ਗਿਆ ਬੰਦੇ ਵਾਸਤੇ, ਇਹ ਵੀ ਬੰਧਨ ਬਣ ਗਿਆ। ਮੈਂ 2-2 ਘੰਟੇ ਬਹਿ ਕੇ ਕੀਰਤਨ ਸੁਣ ਲੈਣਾ ਲਗਾਤਾਰ, ਇਹ ਵੀ ਬੰਧਨ ਬਣ ਗਿਆ ਉਹਦੇ ਲਈ। ਇਸ ਚੀਜ਼ ਨੇ ਉਹਨੂੰ ਬੰਧਨ ਤੋਂ ਮੁਕਤ ਕਰਾਉਣਾ ਸੀ, ਪਰ ਇਹੀ ਉਹਦੇ ਲਈ ਬੰਧਨ ਬਣ ਗਈ। ਇਹੀ ਸਤਿਗੁਰੂ ਕਹਿੰਦੇ ਧਰਮ ਗ੍ਰੰਥ ਵੀ ਇਹਦੇ ਵਾਸਤੇ ਬੰਧਨ ਬਣ ਗਏ। ਵੇਦ ਬੰਧਨ ਵੇਦ ਬਾਦ ਅਹੰਕਾਰ, ਬੰਧਨ ਬਿਨਸੈ। ਬੰਧਨ ਟੁੱਟਦਾ ਹੈ। ਕਿਵੇਂ ਟੁੱਟਦਾ? ਮੋਹ ਵਿਕਾਰ। ਜਦੋਂ ਬੰਦਾ ਆਪਣੇ ਅੰਦਰੋਂ ਮੋਹ ਨੂੰ, ਆਪਣੇ ਅੰਦਰੋਂ ਵਿਕਾਰਾਂ ਨੂੰ ਦੂਰ ਕਰ ਲੈਂਦਾ, ਤਦੋਂ ਬੰਧਨ ਟੁੱਟਦੇ ਨੇ, ਤਦੋਂ ਮਾਇਆ ਦੇ ਬੰਧਨ ਟੁੱਟਦੇ ਨੇ। ਉਸ ਤੋਂ ਬਿਨਾਂ ਨਹੀਂ। ਗੁਰੂ ਨਾਨਕ ਸਾਹਿਬ ਦਾ ਇੱਕ ਬੜਾ ਪਿਆਰਾ ਸ਼ਬਦ ਹੈ। ਸਤਿਗੁਰੂ ਕਹਿੰਦੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਕਿ ਜਿੰਨੇ ਬੰਦੇ ਦੇ ਔਗਣ ਨੇ ਨਾ, ਇਹ ਸਾਰੇ ਔਗਣ ਬੰਦੇ ਦੇ ਗਲ ਨੂੰ ਪਈਆਂ ਹੋਈਆਂ ਜੰਜੀਰਾਂ ਨੇ। ਹੁਣ ਇਹਨਾਂ ਜੰਜੀਰਾਂ ਤੋਂ ਕੌਣ ਆਜ਼ਾਦ ਕਰਾ ਸਕਦਾ ਹੈ? ਘਰ ਵਾਲੀ ਕੋਲ ਬੈਠੀ ਹੈ ਤਾਂ ਮਨ ਦੇ ਵਿੱਚ ਹੈ ਲੋਭ। ਹੁਣ ਲੋਭ ਦੀ ਜੰਜੀਰ ਘਰ ਵਾਲੀ ਕਿਵੇਂ ਤੋੜੇਗੀ ਤੁਹਾਡੀ? ਜਦ ਪਤਨੀ ਦੇ ਮਨ ਅੰਦਰ ਲੋਭ ਹੈ, ਮੋਹ ਹੈ, ਪਤੀ ਉਸ ਮੋਹ ਨੂੰ ਕਿਵੇਂ ਤੋੜਦਾ ਹੈਗਾ? ਹਾਂ, ਹੱਥ ਬੰਨੇ ਹੋਣ ਕਿਸੇ ਨੇ ਤਾਂ ਉਹਨੂੰ ਤੋੜਿਆ ਜਾ ਸਕਦਾ ਹੈ, ਉਸ ਰੱਸੀ ਨੂੰ ਖੋਲ੍ਹਿਆ ਜਾ ਸਕਦਾ ਹੈ, ਤੋੜਿਆ ਜਾ ਸਕਦਾ ਹੈ। ਹੱਥਾਂ ਪੈਰਾਂ ਨਾਲ ਕਿਸੇ ਨੇ ਬੰਨ੍ਹ ਲਿਆ ਸਾਨੂੰ ਤਾਂ ਕੋਈ ਸਾਡਾ ਭੈਣ ਭਾਈ ਮਿੱਤਰ ਸੱਜਣ ਆ ਕੇ ਛਡਾ ਲਏਗਾ। ਕੋਈ ਬੰਦਾ ਜੇਲ੍ਹ ਵਿੱਚ ਚਲਾ ਗਿਆ ਕਿਸੇ ਕਾਰਨ ਕਰਕੇ, ਮਾਂ ਬਾਪ ਨੇ ਜਾ ਕੇ ਜ਼ਮਾਨਤ ਕਰਾਤੀ, ਛਡਾਤਾ। ਪਰ ਮਨ ਨੂੰ ਕੌਣ ਜ਼ਮਾਨਤ ਕਰਾਵੇ? ਮਨ ਨੂੰ ਕੌਣ ਬੰਧਨ ਤੋਂ ਛਡਾਵੇ? ਕਾਮ ਕ੍ਰੋਧ ਤੋਂ ਕੌਣ ਮਨ ਨੂੰ ਆਜ਼ਾਦ ਕਰਾਵੇ? ਭੈਣ ਭਰਾ, ਮਾਂ ਬਾਪ, ਮਿੱਤਰ ਸੱਜਣ ਬੜੇ ਤਕੜੇ ਕੋਲ ਬੈਠੇ ਨੇ, ਕੋਈ ਨਹੀਂ ਛਡਾ ਪਾਉਂਦਾ। ਕਿਸੇ ਦੀ ਹਿੰਮਤ ਨਹੀਂ ਹੈ ਕਿ ਇਸ ਬੰਦੇ ਦੇ ਮਨ ਵਿੱਚ ਕ੍ਰੋਧ ਆ ਗਿਆ, ਇਹਨੂੰ ਕ੍ਰੋਧ ਤੋਂ ਮੁਕਤ ਕਰਾ ਲਈਏ। ਸਾਰੇ ਕਹਿੰਦੇ ਨੇ ਕਿ ਛੱਡ, ਗੁੱਸਾ ਛੱਡ। ਕੌਣ ਛੱਡਦਾ ਹੈ? ਕਿਹਦੇ ਕਹਿਣ ਤੇ ਗੁੱਸਾ ਸ਼ਾਂਤ ਹੁੰਦਾ? ਘਰ ਵਾਲੀ ਦੇ ਕਹਿਣ ਤੇ ਗੁੱਸਾ ਸ਼ਾਂਤ ਹੋਇਆ ਕਦੇ? ਕਿ ਛੱਡੋ ਜੀ, ਐਵੇਂ ਕ੍ਰੋਧ ਨਾ ਕਰੋ। ਕਿਹਦਾ ਸ਼ਾਂਤ ਹੁੰਦਾ ਹੈ ਗੁੱਸਾ? ਐਵੇਂ ਨਹੀਂ ਹੁੰਦਾ, ਕਿਉਂਕਿ ਕ੍ਰੋਧ ਦਾ ਬੰਧਨ ਹੀ ਐਸਾ ਹੈ, ਮਾਇਆ ਦੇ ਬੰਧਨ ਹੀ ਐਸੇ ਨੇ, ਇਹ ਕਿਸੇ ਦੇ ਵੀ ਕਹਿਣ ਤੇ ਸ਼ਾਂਤ ਨਹੀਂ ਹੁੰਦੇ। ਫਿਰ ਕਿਵੇਂ ਮਿਟਦੇ ਨੇ ਇਹ ਔਗਣ? ਕਿਵੇਂ ਇਹ ਔਗਣਾਂ ਦੀਆਂ ਜੰਜੀਰਾਂ ਟੁੱਟਦੀਆਂ? ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਕਿਵੇਂ ਟੁੱਟਣਗੇ? ਜੇ ਗੁਣ ਹੋਣ ਤਾਂ ਕੱਟੀਆਂ। ਜੇ ਗੁਣ ਹੋਣਗੇ ਤਾਂ ਜੰਜੀਰਾਂ ਕੱਟੀਆਂ ਜਾਣਗੀਆਂ, ਜੇ ਗੁਣ ਨਹੀਂ ਤਾਂ ਇਹਨਾਂ ਜੰਜੀਰਾਂ ਵਿੱਚ ਵੱਜੇ ਰਵਾਂਗੇ। ਜੇ ਗੁਣ ਹੋਣ ਤਾਂ ਕੱਟੀਆਂ, ਸੇ ਭਾਈ ਸੇ ਵੀਰ। ਇਹ ਸਾਡੇ ਗੁਣ ਹੀ ਸਾਡੇ ਭਾਈ, ਸਾਡੇ ਵੀਰ ਨੇ, ਸਾਡੇ ਮਿੱਤਰ ਨੇ, ਜਿਹੜੇ ਸਾਨੂੰ ਔਗਣਾਂ ਤੋਂ ਬਚਾ ਲੈਂਦੇ ਨੇ, ਔਗਣਾਂ ਦੀ ਜੰਜੀਰ ਤੋਂ ਮੁਕਤ ਕਰ ਦਿੰਦੇ ਨੇ। ਇਸ ਲਈ ਸਤਿਗੁਰੂ ਕਹਿੰਦੇ ਨਾਨਕ RAM ਨਾਮ ਸਰਨਾਈ।
ਜਿਹੜਾ ਬੰਦਾ ਵਾਹਿਗੁਰੂ ਦੀ ਸ਼ਰਨ ਪਿਆ, ਸਤਿਗੁਰ ਰਾਖੇ ਬੰਧ ਨਾ ਪਾਈ। ਗੁਰੂ ਉਹਨਾਂ ਨੂੰ ਰੱਖ ਲੈਂਦਾ, ਉਹਨਾਂ ਨੂੰ ਮਾਇਆ ਦਾ ਬੰਧਨ ਕਦੇ ਬੰਨ ਨਹੀਂ ਸਕਦਾ। ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ ਉਹਨਾਂ ਨੂੰ ਕਾਮ ਕ੍ਰੋਧ ਕੀ ਬੰਨੇਗਾ? ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ। ਸਤਿਗੁਰੂ ਕਹਿੰਦੇ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਕਿ ਜਦੋਂ ਅਸੀਂ ਸੱਜਣ ਦੇ ਵਾਹਿਗੁਰੂ ਦੇ ਦਾਵਣ ਨਾਲ ਲੱਗ ਜਾਂਦੇ ਆ, ਉਹਦੇ ਪੱਲੇ ਲੱਗ ਜਾਂਦੇ ਆ, ਤਾਂ ਉਹ ਸਾਨੂੰ ਮਾਇਆ ਦੇ ਬੰਧਨ ਵਿੱਚ ਵੱਜਣ ਨਹੀਂ ਦਿੰਦਾ, ਉਹ ਸਾਨੂੰ ਬਚਾ ਲੈਂਦਾ ਹੈ। ਇਸ ਲਈ ਸਤਿਗੁਰ ਰਾਖੇ ਬੰਧ ਨਾ ਪਾਈ। ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ ਉਹ ਬੰਧਨ ਵਿੱਚ ਨਹੀਂ ਕਦੇ ਉਲਝਦੇ। ਸਤਿਗੁਰੂ ਰਹਿਮਤ ਕਰੇ ਇਸ ਮਾਇਆ ਦੇ ਬੰਧਨ ਤੋਂ, ਇਹਨਾਂ ਮਾਇਆ ਦੇ ਸਭ ਬੰਧਨਾਂ ਤੋਂ ਅਸੀਂ ਗੁਰੂ ਚਰਨਾਂ ਨਾਲ ਜੁੜ ਕੇ ਬਚ ਸਕੀਏ। ਹੋਈਆਂ ਭੁੱਲਾਂ ਲਈ ਖਿਮਾ। ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।